ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 47ਵੇਂ ਵਿੱਚ ਅੱਜ ਆਪਾਂ ਭਾਈ ਨਬੀ ਖਾਂ ਅਤੇ ਭਾਈ ਗਣੀ ਖਾਂ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਤੁਰਕਾਂ ਦੀ ਸੈਨਾ ਚਾਰੇ ਪਾਸੇ ਨਗਰਾਂ ਅਤੇ ਪਿੰਡਾਂ ਵਿੱਚ ਫੈਲ ਗਈ। ਗੁਰੂ ਜੀ ਨੂੰ ਖੋਜ ਰਹੇ ਸਨ ਅਤੇ 10,000 ਲਸ਼ਕਰ ਗੁਰੂ ਜੀ ਦੀ ਖੋਜ ਵਿੱਚ ਲੱਗਿਆ ਹੋਇਆ ਸੀ। ਨਬੀ ਖਾਂ ਗਨੀ ਖਾਂ ਵੀ ਉਸੇ ਦਲ ਵਿੱਚ ਸਨ। ਉਹਨਾਂ ਨੇ ਵੀ ਗੁਰੂ ਜੀ ਬਾਰੇ ਸੁਣਿਆ ਅਤੇ ਆਪਣੇ ਕੰਨਾਂ ਨਾਲ ਸੁਣ ਕੇ ਥਾਂ ਥਾਂ ਲੱਭਦੇ ਫਿਰਦੇ ਸਨ। ਘਰ ਘਰ ਫਿਰ ਕੇ ਲੁਕ ਲੁਕ ਕੇ ਗੁਰੂ ਜੀ ਦੀ ਪਛਾਣ ਚਾਹੁੰਦੇ ਸਨ। ਪਹਿਲਾਂ ਬਹੁਤ ਦੇਰ ਗੁਰੂ ਜੀ ਦੇ ਪਾਸ ਰਹੇ ਸਨ। ਗੁਰੂ ਜੀ ਪਾਸ ਲਿਆ ਕੇ ਘੋੜੇ ਵੇਚਿਆ ਕਰਦੇ ਸਨ। ਉਸ ਸਮੇਂ ਗੁਰੂ ਜੀ ਪਾਸ ਨੌਕਰੀ ਵੀ ਕੀਤੀ ਅਤੇ ਧਨ ਲੈ ਕੇ ਗੁਜ਼ਾਰਾ ਕਰਿਆ ਕਰਦੇ ਸਨ। ਯਾਦ ਕਰਦੇ ਸਮੇਂ ਮਨ ਵਿੱਚ ਆਇਆ ਕਿ ਚਿੱਤ ਵਿੱਚ ਭਲਾ ਵਿਚਾਰਿਆ ਹੈ, ਜੇ ਸਾਡੇ ਪਾਸੋਂ ਸਤਿਗੁਰੂ ਜੀ ਦੀ ਕੋਈ ਸੇਵਾ ਹੋ ਸਕੇ, ਇਸ ਨਾਲੋਂ ਹੋਰ ਕੋਈ ਵੱਡੀ ਕਾਰ ਨਹੀਂ ਹੈ। ਨਬੀ ਖਾਂ ਗਨੀ ਖਾਂ ਫਿਰ ਗੁਲਾਬੇ ਦੇ ਘਰ ਆਏ ਅਤੇ ਜਦ ਗੁਰੂ ਜੀ ਨੂੰ ਉਹਨਾਂ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਦੋਵਾਂ ਨੂੰ ਆਪਣੇ ਪਾਸ ਬੁਲਾ ਲਿਆ। ਦਰਸ਼ਨ ਕਰਕੇ ਦੋਵਾਂ ਨੇ ਬੰਦਨਾ ਕੀਤੀ ਅਤੇ ਫਿਰ ਗੁਰੂ ਜੀ ਦੇ ਪਾਸ ਬੈਠ ਕੇ ਕਹਿਣ ਲੱਗੇ, ਅਸੀਂ ਆਪ ਜੀ ਦੇ ਪਹਿਲਾਂ ਵਾਂਗ ਹੀ ਨੌਕਰ ਹਾਂ। ਜਿਵੇਂ ਪਹਿਲਾਂ ਤੁਹਾਡਾ ਕਾਰਜ ਕਰਦੇ ਸੀ, ਹੁਣ ਜਿਵੇਂ ਵੀ ਉਚਿਤ ਹੋਵੇ ਕਹੋ, ਅਸੀਂ ਉਸ ਤਰ੍ਹਾਂ ਹੀ ਕਰਾਂਗੇ। ਸਾਡੇ ਵੱਲੋਂ ਕਿਸੇ ਪ੍ਰਕਾਰ ਵੀ ਇਨਕਾਰ ਨਹੀਂ ਹੈ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਸਾਡੇ ਨਾਲ ਰਹੋ ਅਤੇ ਹਿੱਤ ਧਾਰ ਕੇ ਸਾਡੇ ਨਾਲ ਚੱਲੋ। ਜਦ ਅਸੀਂ ਖੁਸ਼ੀ ਦੇਵਾਂਗੇ ਤਦ ਵਾਪਸ ਆ ਜਾਣਾ। 2 ਦਿਨ ਇਹੋ ਕਾਰਜ ਹੈ। ਗੁਰੂ ਜੀ ਦੇ ਬਚਨ ਮੰਨ ਕੇ ਬੋਲੇ, ਬਿਹਤਰ ਹੈ। ਫਿਰ ਜਾ ਕੇ ਕਿਸੇ ਦੇ ਘਰ ਰਹੇ। ਫਿਰ ਰਾਤ ਪੈਣ 'ਤੇ ਸਤਿਗੁਰੂ ਜੀ ਆਪ ਅਤੇ ਆਪਣੇ ਸਿੱਖਾਂ ਸਹਿਤ ਸਭ ਥਾਈਂ ਸੌਂ ਗਏ। ਜਦ ਸ਼ਾਮ ਹੋਈ ਤਾਂ ਉਮਰਾਵ ਨੇ ਆਪਣੇ ਬਾਵਰਚੀ ਨੂੰ ਬੁਲਾ ਕੇ ਭਲੀ ਪ੍ਰਕਾਰ ਕਿਹਾ, ਖਾਣਾ ਤਿਆਰ ਕਰੋ। ਉੱਚ ਦੇ ਰਹਿਣ ਵਾਲੇ ਸੈਯਦ ਪੀਰ ਹਨ। ਉਹਨਾਂ ਨੇ ਆਪਣੇ ਮੁਰੀਦਾਂ ਸਹਿਤ ਭੋਜਨ ਖਾਣਾ ਹੈ। ਜਦ ਤਿਆਰ ਹੋ ਜਾਵੇ ਤਾਂ ਖਬਰ ਦਿਓ। ਇਹ ਸੁਣ ਕੇ ਬਾਵਰਚੀ ਆਪਣੇ ਸਥਾਨ 'ਤੇ ਚਲਾ ਗਿਆ। ਉਸਨੇ ਕਈ ਪ੍ਰਕਾਰ ਦੇ ਪਕਵਾਨ ਬਣਾਏ। ਮਾਂਸ ਆਦਿ ਜੋ ਕੁਝ ਵੀ ਬਣਾਉਣਾ ਜਾਣਦਾ ਸੀ ਤਿਆਰ ਕੀਤਾ। ਤਦ ਉਮਰਾਵ ਨੇ ਇੱਕ ਮਨੁੱਖ ਨੂੰ ਭੇਜਿਆ ਅਤੇ ਕਿਹਾ, ਜਾਓ ਪੀਰ ਨੂੰ ਸਾਡੇ ਪਾਸ ਲਿਆਓ। ਉਹ ਤੁਰੰਤ ਚੱਲ ਕੇ ਸਤਿਗੁਰੂ ਜੀ ਦੇ ਪਾਸ ਆਇਆ ਅਤੇ ਹੱਥ ਜੋੜ ਕੇ ਉਸਨੇ ਕਹਿ ਕੇ ਸੁਣਾਇਆ, ਹੇ ਪੀਰ ਜੀ, ਖਾਣਾ ਖਾਣ ਵਾਸਤੇ ਚੱਲੋ। ਤੁਹਾਨੂੰ ਉਮਰਾਵ ਆਪਣੇ ਪਾਸ ਬੁਲਾ ਰਹੇ ਹਨ। ਇਹ ਸੁਣ ਕੇ ਸਤਿਗੁਰੂ ਜੀ ਬੋਲੇ, ਪੀਰ ਖਾਣਾ ਨਹੀਂ ਖਾਂਦੇ ਹਨ। ਇਸ ਵਿਧੀ ਨਾਲ ਹਮੇਸ਼ਾ ਰੋਜ਼ਾ ਰੱਖਦੇ ਹਨ। ਇੱਕ ਸਮੇਂ ਇੱਕ ਜੌਂ ਦਾ ਦਾਣਾ ਮੂੰਹ ਵਿੱਚ ਪਾਉਂਦੇ ਹਨ। ਜਿਹੜੇ ਮੁਰੀਦ ਸਾਡੇ ਨਾਲ ਹਨ ਉਹ ਖਾਣਾ ਖਾਣ ਵਾਸਤੇ ਆਉਣਗੇ। ਇਹ ਸੁਣ ਕੇ ਨੌਕਰ ਗਿਆ ਅਤੇ ਜਾ ਕੇ ਕਹਿਣ ਲੱਗਾ, ਪੀਰ ਨੇ ਇਸ ਪ੍ਰਕਾਰ ਕਿਹਾ ਹੈ। ਤਿੰਨਾਂ ਸਿੰਘਾਂ ਨੇ ਫਿਰ ਹੱਥ ਜੋੜੇ ਅਤੇ ਕਿਹਾ, ਅਸੀਂ ਕਿਵੇਂ ਬਚੀਏ ਅਤੇ ਕਿਹੜੀ ਕਿਰਤ ਧਾਰਨ ਕਰੀਏ? ਤੁਸੀਂ ਸਭ ਵਿਧੀਆਂ ਨਾਲ ਸਮਰੱਥ ਹੋ, ਉਸ ਤਰ੍ਹਾਂ ਹੀ ਕਰੀਏ ਜਿਵੇਂ ਤੁਸੀਂ ਫਰਮਾਓ। ਸਤਿਗੁਰੂ ਜੀ ਨੇ ਕਿਹਾ, ਸੰਸਾ ਨਾ ਕਰੋ, ਮੂੰਹ ਨਾਲ ਸਤਨਾਮ ਬੋਲੋ। ਪਹਿਲਾਂ ਭੋਜਨ ਵਿੱਚ ਕਿਰਪਾਨ ਭੇਟ ਕਰੋ ਅਤੇ ਵਾਹਿਗੁਰੂ ਕਹਿ ਕੇ ਮੁੱਖ ਵਿੱਚ ਪਾਓ। ਕੁਝ ਭੋਜਨ ਨੂੰ ਪੱਲੇ ਬੰਨ੍ਹ ਲਓ ਅਤੇ ਉਸ ਨੂੰ ਮੇਰੇ ਪਾਸ ਲੈ ਕੇ ਆਓ। ਹੁਣ ਬੁਲਾਉਂਦੇ ਹਨ, ਭੋਜਨ ਛਕੋ ਅਤੇ ਉੱਥੇ ਜਾ ਕੇ ਮੂਲ ਮੰਤਰ ਦਾ ਉਚਾਰਨ ਕਰੋ। ਉਸ ਮਨੁੱਖ ਨੇ ਜਾ ਕੇ ਉਮਰਾਵ ਨੂੰ ਕਿਹਾ, ਪੀਰ ਜੀ ਹਮੇਸ਼ਾ ਰੋਜ਼ਾ ਰੱਖਦੇ ਹਨ। ਇੱਕ ਜੌਂ ਦਾ ਦਾਣਾ ਇੱਕ ਸਮੇਂ ਮੁੱਖ ਵਿੱਚ ਪਾਉਂਦੇ ਹਨ। ਇਸ ਪ੍ਰਕਾਰ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਸਰੀਰ ਨੂੰ ਸਾਧਿਆ ਹੈ। ਤੁਹਾਡੇ ਨਾਲ 5 ਮੁਰੀਦ ਖਾਣਗੇ, ਕਹੋ ਤਾਂ ਮੈਂ ਬਾਕੀਆਂ ਨੂੰ ਲੈ ਆਵਾਂ। ਇਹ ਸੁਣ ਕੇ ਉਮਰਾਵ ਨੇ ਕਿਹਾ, ਉਹਨਾਂ ਨੂੰ ਲੈ ਆਓ। ਇਹ ਪੀਰ ਤਾਂ ਵੱਡਾ ਦਰਵੇਸ਼ ਦਿਖਾਈ ਦਿੰਦਾ ਹੈ। ਫਿਰ ਉਸ ਮਨੁੱਖ ਨੇ ਆ ਕੇ 5 ਨੂੰ ਬੁਲਾਇਆ ਅਤੇ ਗੁਰੂ ਜੀ ਦੇ ਕਹੇ 'ਤੇ ਉਸਨੇ ਪ੍ਰਤੀਤ ਕੀਤੀ। 5 ਉੱਠ ਕੇ ਉਸ ਸਥਾਨ 'ਤੇ ਪਹੁੰਚ ਗਏ ਜਿਹੜੇ ਸਥਾਨ 'ਤੇ ਉਮਰਾਵ ਨੇ ਡੇਰਾ ਕੀਤਾ ਸੀ। ਉਸਦੇ ਪਾਸ ਹੋਰ ਕਈ ਤੁਰਕ ਸਨ ਜਿਹੜੇ ਚਿੱਤ ਵਿੱਚ ਹੈਰਾਨ ਹੋ ਕੇ ਗੁਰੂ ਜੀ ਦੀ ਗਾਥਾ ਕਹਿ ਰਹੇ ਸਨ। ਲੱਖਾਂ ਦੀ ਗਿਣਤੀ ਵਿੱਚ ਸ਼ਾਹੀ ਲਸ਼ਕਰ ਜੰਗ ਵਿੱਚ ਵਾਰ ਕਰ ਰਿਹਾ ਸੀ
ਉਹਨਾਂ ਦੇ ਵਿੱਚੋਂ ਨਿਰਭੈ ਹੋ ਕੇ ਗੁਰੂ ਜੀ ਨਿਕਲ ਗਏ। ਉਹਨਾਂ ਪੰਜਾਂ ਨੂੰ ਸਾਰਿਆਂ ਦੇ ਵਿੱਚ ਬਿਠਾ ਲਿਆ ਅਤੇ ਖਾਣ ਵਾਸਤੇ ਖਾਣਾ ਮੰਗਵਾਇਆ। ਪੁੱਛਦੇ ਸਨ, ਇਹ ਕੈਸਾ ਪੀਰ ਹੈ, ਕਿੱਥੋਂ ਆਇਆ ਹੈ ਅਤੇ ਕਿੱਥੇ ਜਾ ਰਿਹਾ ਹੈ। ਨਬੀ ਖਾਂ, ਗਨੀ ਖਾਂ ਸਹਿਤ ਤਿੰਨਾਂ ਨੇ ਬਹੁਤ ਪ੍ਰਸ਼ੰਸਾ ਕਰਕੇ ਸਾਰਾ ਹਾਲ ਸੁਣਾਇਆ। ਮਹਾਂ ਮੌਜ ਦੇ ਮਾਲਕ ਹਨ, ਜਿੱਥੇ ਕਿੱਥੇ ਵਿਚਰਦੇ ਹਨ, ਕਿਸੇ ਕਾਰਜ ਦਾ ਕੁਝ ਪਤਾ ਨਹੀਂ ਚੱਲਦਾ ਹੈ। ਕਿਸੇ ਨੂੰ ਪ੍ਰੀਤ ਵੇਖ ਕੇ ਬਖਸ਼ਿਸ਼ਾਂ ਨਾਲ ਨਿਵਾਜਦੇ ਹਨ ਅਤੇ ਕਿਸੇ ਨੂੰ ਕਠੋਰ ਵਚਨ ਦੇ ਕੇ ਬਿਪਤਾ ਪਾ ਦਿੰਦੇ ਹਨ। ਮੱਕੇ ਦੀ ਯਾਤਰਾ ਕਰਦੇ ਹਨ ਅਤੇ ਮਸਤ ਰਹਿੰਦੇ ਹਨ ਅਤੇ ਕਾਮਲ ਵਲੀ ਹਨ। ਇਹਨਾਂ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਹੈ। ਇੰਨੇ ਵਿੱਚ ਖਾਣਾ ਲਿਆਏ, ਵੱਡੀਆਂ ਵੱਡੀਆਂ ਰਕਾਬੀਆਂ ਭਰ ਕੇ ਅੱਗੇ ਰੱਖ ਦਿੱਤੀਆਂ। ਇੱਕ ਤਾਂ ਨਬੀ ਖਾਂ, ਗਨੀ ਖਾਂ ਨੂੰ ਦਿੱਤੀ ਅਤੇ ਦੋਹਾਂ ਅੱਗੇ ਬਣਾ ਕੇ ਧਰ ਦਿੱਤੀ। ਇੱਕ ਰਕਾਬੀ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਦਿੱਤੀ। ਇੱਕ ਰਕਾਬੀ ਉਮਰਾਵ ਨੇ ਆਪ ਲਈ। ਤਦ ਭਾਈ ਮਾਨ ਸਿੰਘ ਨੇ ਇੱਕ ਰਕਾਬੀ ਆਪਣੇ ਪਾਸ ਲੈ ਲਈ। ਹੋਰ ਸਾਰੇ ਤੁਰਕਾਂ ਨੇ ਦੋ ਦੋ ਨੇ ਮਿਲ ਕੇ ਇੱਕ ਇੱਕ ਰਕਾਬੀ ਲੈ ਲਈ ਅਤੇ ਖਾਣਾ ਖਾਣ ਲੱਗੇ। ਸਿੰਘਾਂ ਨੇ ਕਿਰਪਾਨ ਕੱਢ ਕੇ ਆਪਣੇ ਹੱਥ ਵਿੱਚ ਲਈ ਅਤੇ ਫਿਰ ਉਹਨਾਂ ਨੇ ਮੂੰਹ ਵਿੱਚ ਸਤਿਨਾਮ ਕਿਹਾ। ਭਾਈ ਮਾਨ ਸਿੰਘ ਨੇ ਫਿਰ ਕਿਰਪਾਨ ਹੱਥ ਵਿੱਚ ਫੜ ਕੇ ਰਕਾਬੀ ਵਿੱਚ ਫੇਰਨ ਦੀ ਕਾਰ ਕੀਤੀ। ਫਿਰ ਉਮਰਾਵ ਨੇ ਸੰਸਾ ਧਾਰ ਕੇ ਪੁੱਛਣ ਵਾਸਤੇ ਕਿਹਾ, ਇਹ ਕੀ ਕਰਦੇ ਹੋ? ਭੋਜਨ ਵਿੱਚ ਕਿਰਪਾਨ ਫੇਰਦੇ ਹੋ। ਇਸ ਭੋਜਨ ਨੂੰ ਤੁਸੀਂ ਘਿਰਨਾਯੋਗ ਬਣਾ ਦਿੱਤਾ ਹੈ। ਤੁਰਕਾਂ ਵਿੱਚ ਇਸ ਤਰ੍ਹਾਂ ਕੌਣ ਕਰਦਾ ਹੈ, ਜਿਵੇਂ ਤੁਸੀਂ ਕਿਰਪਾਨ ਫੇਰਨ ਦਾ ਕਾਰਜ ਕੀਤਾ ਹੈ। ਇਹ ਸੁਣ ਕੇ ਭਾਈ ਮਾਨ ਸਿੰਘ ਨੇ ਉੱਤਰ ਦਿੱਤਾ, ਜਦ ਅਸੀਂ ਮੱਕੇ ਜਾ ਕੇ ਪਹੁੰਚੇ ਸੀ, ਉੱਥੋਂ ਇਹ ਨਵੀਂ ਰਸਮ ਨਿਕਲੀ ਹੈ। ਸਭ ਕੁਝ ਲੋਹੇ ਤੋਂ ਬਣਦਾ ਹੈ। ਪਹਿਲਾਂ ਖਾਣੇ ਨੂੰ ਕਰਦ ਛੁਹਾਵੋ, ਫਿਰ ਜਦ ਇਹ ਪਵਿੱਤਰ ਹੋ ਜਾਏ ਤਾਂ ਖਾਣ ਨੂੰ ਚੰਗਾ ਲੱਗਦਾ ਹੈ। ਤਦ ਤੋਂ ਸਾਡੇ ਪੀਰ ਨੇ ਕਿਹਾ ਹੈ ਕਿ ਖਾਣਾ ਖਾਣ ਲੱਗਿਆਂ ਸਦਾ ਕਿਰਪਾਨ ਛੁਹਾਓ। ਜਦ ਇਸ ਪ੍ਰਕਾਰ ਕਹਿ ਕੇ ਖਾਣਾ ਖਾਣ ਲੱਗੇ ਤਾਂ ਸਿੰਘਾਂ ਅੱਗੇ ਕੜਾਹ ਪ੍ਰਸ਼ਾਦ ਬਣ ਗਿਆ। ਜਿਹੜੀ ਭਾਈ ਮਾਨ ਸਿੰਘ ਵਾਲੇ ਪਾਸੇ ਅੱਧੀ ਰਕਾਬੀ ਪਈ ਸੀ, ਭਾਈ ਮਾਨ ਸਿੰਘ ਉਸ ਵਿੱਚੋਂ ਕੜਾਹ ਪ੍ਰਸ਼ਾਦ ਛਕ ਰਿਹਾ ਸੀ। ਉਮਰਾਵ ਵਾਲੇ ਪਾਸੇ ਉਸ ਤਰ੍ਹਾਂ ਹੀ ਰਕਾਬੀ ਵਿੱਚ ਮਾਸ ਪਿਆ ਸੀ। ਉਹ ਖਾ ਰਹੇ ਸਨ ਅਤੇ ਕਿਸੇ ਪ੍ਰਕਾਰ ਵੀ ਸਮਝ ਨਹੀਂ ਰਹੇ ਸਨ। ਕੜਾਹ ਪ੍ਰਸ਼ਾਦ ਦਾ ਸਵਾਦ ਵੇਖ ਕੇ ਬਹੁਤ ਹੈਰਾਨ ਹੋਏ। ਇੱਥੇ ਗੁਰੂ ਜੀ ਦੀ ਕਲਾ ਆ ਕੇ ਪ੍ਰਗਟ ਹੋਈ ਸੀ। ਸਾਧ ਸੰਗਤ ਜੀ, ਅੱਜ ਵੀ ਮਾਛੀਵਾੜਾ ਵਿਖੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਸੁਸ਼ੋਭਿਤ ਹੈ। ਜਦੋਂ ਆਪਾਂ ਮਾਛੀਵਾੜਾ ਗੁਰਦੁਆਰਾ ਚਰਨ ਕਮਲ ਸਾਹਿਬ ਜਾਈਏ ਤਾਂ ਉੱਥੋਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਭਾਈ ਮਾਨ ਸਿੰਘ ਅਤੇ ਭਾਈ ਧਰਮ ਸਿੰਘ ਨੇ ਕੁਝ ਭੋਜਨ ਆਪਣੇ ਪੱਲੇ ਬੰਨ੍ਹ ਲਿਆ। ਫਿਰ ਪਾਣੀ ਲੈ ਕੇ ਹੱਥ ਧੋਤੇ ਅਤੇ ਚੱਲ ਕੇ ਸਤਿਗੁਰੂ ਜੀ ਦੇ ਸਾਹਮਣੇ ਆ ਗਏ। ਤਾਂ ਗੁਰੂ ਜੀ ਨੇ ਪੁੱਛਿਆ, ਕੁਝ ਲਿਆਏ ਹੋ ਕਿ ਨਹੀਂ? ਤਾਂ ਦੋਹਾਂ ਨੇ ਉਚਾਰਨ ਕਰਕੇ ਵਿਖਾ ਦਿੱਤਾ। ਫਿਰ ਗੁਰੂ ਜੀ ਨੇ ਕਿਹਾ, ਸੰਭਾਲ ਕੇ ਰੱਖੋ, ਜਦੋਂ ਅਸੀਂ ਮੰਗਾਂਗੇ ਤਾਂ ਵਿਖਾ ਦੇਣਾ। ਰਾਤ ਸਮੇਂ ਗੁਰੂ ਜੀ ਤੰਬੂ ਵਿੱਚ ਸੁੱਤੇ। ਗੁਰੂ ਜੀ ਪਲੰਘ ਉੱਪਰ ਲੇਟੇ ਹੋਏ ਜਾਗਦੇ ਰਹੇ। ਫਿਰ ਸਵੇਰ ਹੋ ਗਈ, ਸੂਰਜ ਚੜ੍ਹ ਆਇਆ। ਸੈਯਦ ਨੂੰ ਤੁਰੰਤ ਬੁਲਾ ਕੇ ਲਿਆਏ। ਉਹ ਨੂਰਪੁਰ ਦਾ ਰਹਿਣ ਵਾਲਾ ਸੀ ਅਤੇ ਸ਼ੁਭ ਬੁੱਧੀ ਵਾਲਾ ਹੋਣ ਕਰਕੇ ਖੁਦਾ ਨੂੰ ਮਿਲਣ ਦੇ ਰਾਹ 'ਤੇ ਚੱਲਦਾ ਸੀ। ਕਈ ਵਾਰੀ ਸਤਿਗੁਰੂ ਜੀ ਨੂੰ ਮਿਲਿਆ ਸੀ। ਸਤਿਗੁਰੂ ਜੀ ਉਸ ਉੱਤੇ ਪੂਰਨ ਕਿਰਪਾ ਕਰਦੇ ਸਨ। ਜਿਹੜਾ ਸਵਾਰ ਬੁਲਾਉਣ ਗਿਆ ਸੀ, ਉਸ ਨੇ ਹੀ ਸਾਰੀ ਗੱਲ ਵਿਧੀ ਅਨੁਸਾਰ ਸੈਯਦ ਨੂੰ ਦੱਸ ਦਿੱਤੀ। ਇੱਕ ਪਲੰਘ 'ਤੇ ਹਾਜੀ ਸੈਯਦ ਬੈਠੇ ਹਨ, ਉਸ ਦੀ ਸ਼ਾਹਦੀ ਦੇਣ ਵਾਸਤੇ ਬੁਲਾਇਆ ਹੈ। ਉਹ ਫਿਰ ਸਾਰੀਆਂ ਵਿਧੀਆਂ ਨਾਲ ਜਾਣ ਗਿਆ ਕਿ ਮੈਂ ਇੱਥੇ ਗੁਰੂ ਜੀ ਦੇ ਕਾਰਜ ਵਾਸਤੇ ਆਇਆ ਹਾਂ। ਧੰਨ ਮੇਰਾ ਜਨਮ ਕਿਰਤਾਰਥ ਹੋਇਆ ਹੈ। ਸ੍ਰੇਸ਼ਟ ਕਿਰਤ ਕਰਨ ਨਾਲ ਹੀ ਅਜਿਹਾ ਸ਼ੁਭ ਫਲ ਪ੍ਰਾਪਤ ਹੁੰਦਾ ਹੈ। ਆ ਕੇ ਤੁਰੰਤ ਦਰਵਾਜ਼ੇ ਵਿੱਚ ਦਾਖਲ ਹੋਇਆ ਅਤੇ ਇੱਕ ਲੱਗੇ ਹੋਏ ਤੰਬੂ ਨੂੰ ਵੇਖਿਆ। ਅੰਦਰ ਪਲੰਘ ਉੱਪਰ ਸਤਿਗੁਰੂ ਜੀ ਬੈਠੇ ਸਨ। ਉਸ ਨੇ ਵੇਖ ਕੇ ਗੁਰੂ ਜੀ ਨੂੰ ਪਹਿਚਾਣ ਲਿਆ। ਜਦ ਸਾਹਮਣੇ ਹੋ ਕੇ ਬੰਦਨਾ ਕਰਨ ਚੱਲਿਆ ਤਾਂ ਗੁਰੂ ਜੀ ਨੇ ਉਸ ਨੂੰ ਇਸ਼ਾਰੇ ਨਾਲ ਸਮਝਾਇਆ, ਹਾਲੇ ਸਾਡੇ ਪਾਸ ਨਾ ਆਓ ਅਤੇ ਤੁਰਕਾਂ ਦੀ ਸਭਾ ਵਿੱਚ ਪਹੁੰਚੋ। ਸੈਯਦ ਸਤਿਗੁਰੂ ਜੀ ਦੇ ਆਸ਼ੇ ਨੂੰ ਜਾਣ ਗਿਆ ਅਤੇ ਤੁਰੰਤ ਪਿੱਛੇ ਮੁੜ ਕੇ ਅੰਦਰ ਵੱਲ ਚਲਾ ਗਿਆ। ਜਿੱਥੇ ਤੁਰਕਾਂ ਦੀ ਕਚਹਿਰੀ ਲੱਗੀ ਸੀ, ਉਸ ਥਾਂ ਜਾ ਪਹੁੰਚਿਆ। ਬੜੇ ਆਦਰ ਨਾਲ ਸਲਾਮ ਅਲੈਕੁਮ ਕਰਕੇ ਬੈਠ ਗਿਆ। ਜਿੱਥੇ ਹੋਰ ਸਾਰੇ ਵੀ ਬੈਠੇ ਸਨ, ਤਦ ਉਮਰਾਵ ਪੁੱਛਣ ਲੱਗੇ, ਇਸ ਸੈਯਦ ਨੇ ਦਰਵਾਜ਼ੇ ਵਿੱਚ ਉਤਾਰਾ ਕੀਤਾ ਹੈ, ਪਹਿਲਾਂ ਇਹਨਾਂ ਨੂੰ ਕਿਸੇ ਥਾਂ ਵੇਖਿਆ ਹੈ ਕਿ ਨਹੀਂ?
ਤੁਸੀਂ ਇਹਨਾਂ ਨੂੰ ਪਛਾਣਦੇ ਹੋ ਕਿ ਨਹੀਂ? ਹਿੰਦੂਆਂ ਦਾ ਗੁਰੂ ਭੇਸ ਬਦਲ ਕੇ ਕਿਤੇ ਲਸ਼ਕਰ ਦੇ ਵਿੱਚੋਂ ਦੀ ਤੇ ਨਹੀਂ ਜਾ ਰਿਹਾ। ਉਸਨੇ ਬਾਦਸ਼ਾਹ ਦੇ ਲੱਖਾਂ ਸੂਰਬੀਰ ਮਾਰੇ ਹਨ ਤੇ ਯੁੱਧ ਵਿੱਚ ਸ਼ਾਹੀ ਲਸ਼ਕਰ ਦਾ ਹੁਲੀਆ ਹੀ ਵਿਗਾੜ ਦਿੱਤਾ ਹੈ। ਹੁਣ ਜਿਉਂਦਾ ਹੀ ਕਿਸੇ ਪਾਸੇ ਨਿਕਲ ਗਿਆ ਹੈ। ਅਸੀਂ ਚਿੱਤ ਲਾ ਕੇ ਸਾਰੇ ਲੱਭਦੇ ਫਿਰਦੇ ਹਾਂ। ਇਸ ਕਰਕੇ ਇਸ ਹਾਜੀ ਨੂੰ ਅਟਕਾਇਆ ਹੈ। ਉਸ ਦੀ ਸ਼ਾਹਦੀ ਚਾਹੁੰਦੇ ਹਾਂ। ਇਸ ਕਰਕੇ ਉਸ ਬਾਰੇ ਦੱਸ ਦਿਓ। ਜੇ ਪਹਿਲਾਂ ਇਹਨਾਂ ਨੂੰ ਮਿਲ ਕੇ ਵੇਖਿਆ ਹੈ ਤਾਂ ਇਹਨਾਂ ਨੂੰ ਜੇ ਜਾਣਦੇ ਹੋ ਤਾਂ ਇਸ ਬਾਰੇ ਸਮਝਾਓ। ਕਹਿੰਦੇ ਹਨ ਮੱਕੇ ਦਾ ਹਜ ਕਰਕੇ ਆਏ ਹਨ, ਰੋਜ਼ਾ ਰੱਖਿਆ ਹੈ ਤੇ ਸਦਾ ਹੀ ਤ੍ਰਿਪਤ ਰਹਿੰਦੇ ਹਨ। ਮੂੰਹ ਦੇ ਵਿੱਚ ਇੱਕ ਜੌਂ ਦਾ ਦਾਣਾ ਪਾਉਂਦੇ ਹਨ। ਆਪਣੀ ਮੌਜ ਵਿੱਚ ਪ੍ਰਸੰਨ ਹੋ ਕੇ ਵਿਚਰਦੇ ਹਨ। ਇਹ ਸੁਣ ਕੇ ਸੈਯਦ ਨੇ ਸਭਾ ਵਿੱਚ ਉਚਾਰਨ ਕੀਤਾ, ਇਹ ਤਾਂ ਮਹਾਨ ਪੀਰਾਂ ਦੇ ਪੀਰ ਹਨ। ਜੋ ਵੀ ਮੁਖ ਤੋਂ ਕਹਿੰਦੇ ਹਨ ਤੁਰੰਤ ਪੂਰਾ ਹੁੰਦਾ ਹੈ। ਕਿਸੇ ਨੂੰ ਨਿਹਾਲ ਕਰ ਦਿੰਦੇ ਹਨ, ਗੁੱਸੇ ਵਿੱਚ ਆ ਕੇ ਕਿਸੇ ਨੂੰ ਤਬਾਹ ਕਰ ਦਿੰਦੇ ਹਨ। ਮੈਂ ਦਿਲ ਵਿੱਚ ਬਹੁਤ ਹੈਰਾਨ ਹਾਂ ਕਿ ਤੁਸੀਂ ਇਹਨਾਂ ਨੂੰ ਰੋਕਿਆ ਹੈ, ਤੁਹਾਨੂੰ ਸ਼ਰਾਪ ਨਾ ਦੇ ਦੇਣ। ਇੱਕ ਬਚਨ ਕਰਕੇ ਇਹ ਧਰਤੀ ਉਲਟਾ ਦੇਣ। ਇਹ ਅਤ ਸਮਰੱਥ ਹਨ ਤੇ ਵੱਡੇ ਸ਼ਕਤੀਸ਼ਾਲੀ ਹਨ। ਤੁਹਾਨੂੰ ਖਿਮਾ ਕੀਤਾ ਹੈ, ਕੁਝ ਕਿਹਾ ਤੇ ਨਹੀਂ। ਆਪਣੇ ਭਾਗ ਵੀ ਭਲੀ ਪ੍ਰਕਾਰ ਜਾਣ ਲਓ। ਅਨੇਕਾਂ ਵਾਰ ਮੈਂ ਇਹਨਾਂ ਦੀ ਪਰਖ ਕੀਤੀ ਹੈ। ਜੋ ਕੁਝ ਸਹਿ ਸੁਭਾਅ ਵੀ ਕਹਿ ਦਿੰਦੇ ਹਨ ਉਹ ਪੂਰਾ ਹੋ ਜਾਂਦਾ ਹੈ। ਹੁਣ ਪੈਰ ਬੰਨ੍ਹ ਕੇ ਹੱਥ ਜੋੜ ਕੇ ਮਹਾਨ ਬੇਨਤੀ ਕਰਕੇ ਆਪਣੇ ਆਪ ਨੂੰ ਬਖਸ਼ਾ ਲਓ। ਇਹਨਾਂ ਦੀ ਖਲਾਸੀ ਕਰੋ। ਆਪਣੀ ਮਰਜ਼ੀ ਨਾਲ ਫਿਰਨ। ਇਹਨਾਂ ਪਾਰਸਾਈ ਕਰਕੇ ਆਪਣੀਆਂ ਨਫਸਾਨੀ ਖੁਆਇਸ਼ਾਂ 'ਤੇ ਫਤਿਹ ਪ੍ਰਾਪਤ ਕੀਤੀ ਹੈ। ਇਹ ਸੁਣ ਕੇ ਉਮਰਾਵ ਹਿਰਦੇ ਵਿੱਚ ਬਹੁਤ ਡਰ ਗਿਆ। ਤੁਰੰਤ ਉੱਠਿਆ ਤੇ ਨਾਲ ਕੁਝ ਮਨੁੱਖ ਲੈ ਲਏ। 500 ਰੁਪਈਏ ਦਾ ਧਨ ਮੰਗਵਾਇਆ ਤੇ ਸੈਯਦ ਦੇ ਨਾਲ ਆ ਕੇ ਹੱਥ ਜੋੜ ਕੇ ਬੰਦਨਾ ਕੀਤੀ ਤੇ ਪਾਸ ਬੈਠ ਕੇ ਬੇਨਤੀ ਕਰਕੇ ਬੋਲਿਆ, ਹੇ ਵੱਡੇ ਪੀਰਾਂ ਦੇ ਪੀਰ, ਮੈਂ ਤੁਹਾਨੂੰ ਇੱਥੇ ਰੋਕਣ ਦੀ ਅਵੱਗਿਆ ਕੀਤੀ ਹੈ। ਤੁਸੀਂ ਬਖਸ਼ਣਹਾਰ ਹੋ, ਮੈਨੂੰ ਬਖਸ਼ ਲਵੋ। ਗੁਰੂ ਜੀ ਦੇ ਅੱਗੇ 500 ਰੁਪਏ ਧਰੇ। ਹੋਰ ਸਾਰੇ ਸੂਰਬੀਰ ਵੀ ਵੇਖ ਕੇ ਧਨ ਚੜਾਉਣ ਲੱਗੇ। ਇਹ ਵੇਖ ਕੇ ਸਤਿਗੁਰੂ ਜੀ ਨੇ ਮੁਖ ਤੋਂ ਫਰਮਾਇਆ, ਤੁਹਾਡਾ ਕੋਈ ਦੋਸ਼ ਨਹੀਂ ਹੈ। ਤੁਸੀਂ ਪਰਾਏ ਵਸ ਹੋ। ਸਾਡਾ ਇਸ ਥਾਂ ਰਹਿ ਕੇ ਕੀ ਘਟ ਗਿਆ ਹੈ? ਆਰਾਮ ਨਾਲ ਇੱਥੇ ਰਾਤ ਰਹੇ ਹਾਂ। ਹੁਣ ਚਲੇ ਜਾਵਾਂਗੇ। ਆਪਣੇ ਚਿੱਤ ਦੀ ਚਿੰਤਾ ਗਵਾ ਦਿਓ। ਆਪਣੇ ਉੱਪਰ ਖੁਸ਼ੀ ਜਾਣ ਕੇ ਉਸੇ ਵੇਲੇ ਹੱਥ ਜੋੜ ਕੇ ਉਮਰਾਮ ਨੇ ਕਿਹਾ, ਜਿੱਥੇ ਵੀ ਤੁਹਾਡੀ ਇੱਛਾ ਹੈ ਉੱਧਰ ਜਾਓ, ਫਿਰ ਆ ਕੇ ਮੈਨੂੰ ਦੀਦਾਰ ਦਿਓ। ਇਸ ਪ੍ਰਕਾਰ ਉੱਠ ਕੇ ਕਿਲ੍ਹੇ ਦੇ ਅੰਦਰ ਚਲਾ ਗਿਆ ਤੇ ਸੇਵਕਾਂ ਨੇ ਗੁਰੂ ਜੀ ਦਾ ਪਲੰਘ ਉਠਾ ਲਿਆ। ਉੱਥੋਂ ਗੁਰੂ ਜੀ ਚੰਗੇ ਰਸਤੇ ਪੈ ਕੇ ਚੱਲ ਪਏ ਤੇ ਚਾਰੇ ਸੇਵਕ ਪਲੰਘ ਚੁੱਕ ਕੇ ਚੱਲ ਪਏ। ਜਦ ਚੱਲ ਕੇ ਇੱਕ ਕੋਹ 'ਤੇ ਪਹੁੰਚੇ ਤਾਂ ਸੈਯਦ ਮਿਲਣ ਵਾਸਤੇ ਆਇਆ ਤੇ ਚਰਨ ਕਮਲਾਂ 'ਤੇ ਬੰਦਨਾ ਕੀਤੀ ਤੇ ਬੋਲਿਆ, ਹੇ ਸਤਿਗੁਰੂ ਜੀ, ਮੈਂ ਸਭ ਕੁਝ ਬਣਾ ਕੇ ਕਿਹਾ ਹੈ। ਜੇ ਬਾਅਦ ਵਿੱਚ ਕੁਝ ਨਿਰਣਾ ਹੋਇਆ, ਭਾਵ ਜੇ ਆਪ ਜੀ ਦੇ ਪਿੱਛੋਂ ਕੋਈ ਗੱਲ ਨਿਕਲੀ, ਤਾਂ ਮੈਂ ਆਪ ਜੀ ਦੀ ਸਹਾਇਤਾ ਚਾਹੁੰਦਾ ਹਾਂ। ਤੁਰਕ ਮੇਰੀ ਅਵਗਿਆ ਨਾ ਕਰਨ। ਇਹ ਕੁਝ ਚਾਹੁੰਦਾ ਮੈਂ ਭੱਜਾ ਆਇਆ ਹਾਂ। ਇਹ ਵੇਖ ਕੇ ਕਿਰਪਾ ਦੇ ਸਾਗਰ ਨੇ ਮੁਸਕਰਾ ਕੇ ਕਿਹਾ, ਤੁਹਾਨੂੰ ਤੱਤੀ ਹਵਾ ਨਹੀਂ ਲੱਗੇਗੀ। ਜਿਹੜੇ ਤਨ ਮਨ ਨਾਲ ਉਪਕਾਰ ਕਰਦੇ ਹਨ, ਖੁਦਾ ਉਹਨਾਂ ਦਾ ਸਹਾਇਕ ਬਣਦਾ ਹੈ। ਤੈਨੂੰ ਕਿਸੇ ਵਸਤੂ ਦੀ ਘਾਟ ਨਹੀਂ ਰਹੇਗੀ। ਅਤੁੱਟ ਧਨ ਹੋਵੇਗਾ ਜਿਸ ਨੂੰ ਖਾਓ ਅਤੇ ਖਰਚੋ। ਜੇ ਤੁਹਾਡੇ ਪਾਸ ਕਾਗਜ਼ ਕਲਮ ਹੈ, ਤੈਨੂੰ ਹੁਕਮਨਾਮਾ ਲਿਖ ਕੇ ਦਿੰਦੇ ਹਾਂ, ਜਿਸ ਨੂੰ ਆਪਣੇ ਪਾਸ ਰੱਖਣਾ। ਸਾਡੀ ਸਾਰੀ ਸਿੱਖ ਸੰਗਤ ਇਸ ਹੁਕਮਨਾਮੇ ਨੂੰ ਮੰਨੇਗੀ ਤੇ ਤੇਰੀ ਕੁੱਲ ਨਿਤ ਧਨ ਨੂੰ ਪ੍ਰਾਪਤ ਕਰੇਗੀ। ਇਹ ਸੁਣ ਕੇ ਸੈਯਦ ਨੇ ਫਿਰ ਕਾਗਜ਼ ਦਿੱਤਾ ਤੇ ਗੁਰੂ ਜੀ ਨੇ ਸੁਖਦਾਇਕ ਹੁਕਮਨਾਮਾ ਲਿਖ ਕੇ ਦਿੱਤਾ। ਹੁਕਮਨਾਮੇ ਨੂੰ ਹੱਥ ਵਿੱਚ ਲੈ ਕੇ ਬਹੁਤ ਪ੍ਰਸੰਨ ਹੋਇਆ ਤੇ ਪੈਰ ਬੰਨ੍ਹ ਕੇ ਪਿਛਾਂਹ ਹਟ ਕੇ ਚਲਾ ਗਿਆ। ਸਤਿਗੁਰੂ ਜੀ ਪਲੰਘ 'ਤੇ ਚੜ੍ਹ ਕੇ ਅੱਗੇ ਚੱਲ ਪਏ। ਚੌਹਾਂ ਨੇ ਸਿਰ ਉੱਪਰ ਪਲੰਘ ਚੁੱਕਿਆ ਸੀ। ਪਿੱਛੇ ਸੁੰਦਰ ਕੇਸ ਲਟਕ ਰਹੇ ਸਨ। ਕਾਲੇ ਰੰਗ ਦਾ ਚਾਦਰਾ ਉੱਪਰ ਲਿਆ ਸੀ। ਲੰਮੀ ਦਾੜ੍ਹੀ ਤੇ ਲੰਮਾ ਚੋਲਾ ਗਲ ਵਿੱਚ ਪਾਇਆ ਸੀ। ਮੋਰ ਦੇ ਖੰਭਾਂ ਦਾ ਚੌਰ ਬਣਾਇਆ ਸੀ। ਉਸ ਨੂੰ ਭਾਈ ਦਇਆ ਸਿੰਘ ਕਦੀ ਕਦੀ ਸਿਰ ਉੱਪਰ ਫੇਰਦੇ ਸਨ। ਚਾਰੇ ਪਾਵਿਆਂ 'ਤੇ ਜਿਹੜੇ ਵੱਜੇ ਹੋਏ ਸਨ, ਉੱਪਰ ਟਾਹਣੀਆਂ ਦੀ ਛਾਂ ਕੀਤੀ ਹੋਈ ਸੀ ਤੇ ਟਾਹਣੀਆਂ ਉੱਪਰ ਹਿੱਤ ਜਾਣ ਕੇ ਚਾਦਰ ਤਾਣੀ ਹੋਈ ਸੀ। ਸਾਧ ਸੰਗਤ ਜੀ, ਨਬੀ ਖਾਂ ਤੇ ਗਨੀ ਖਾਂ ਨੇ ਸਤਿਗੁਰੂ ਜੀ ਦੀ ਬਹੁਤ ਸੇਵਾ ਕੀਤੀ। ਨਬੀ ਖਾਂ ਗਨੀ ਖਾਂ ਨੂੰ ਉਸ ਸਮੇਂ ਉਹਨਾਂ ਦੀ ਵਿਸ਼ਾਲ ਸੇਵਾ ਵੇਖ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੂੰ
ਜੜਾਊਆਂ ਨਾਲ ਜੜੇ ਹੋਏ ਸੋਨੇ ਦੇ ਕੰਗਣ ਬਖਸ਼ੇ, ਜਿਨ੍ਹਾਂ ਨੂੰ ਵੇਖ ਕੇ ਨਬੀ ਖਾਂ ਗਨੀ ਖਾਂ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ। ਫਿਰ ਉਹਨਾਂ ਨੂੰ ਕਾਗਜ਼ ਉੱਪਰ ਪਟਾ ਲਿਖ ਕੇ ਦਿੱਤਾ ਅਤੇ ਸਾਰੀ ਸਿੱਖ ਸੰਗਤ ਨੂੰ ਆਗਿਆ ਕੀਤੀ, ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਹੈ, ਹੇ ਸਿੱਖੋ ਇਹਨਾਂ ਨੂੰ ਹਰ ਸਮੇਂ ਮੰਨੋ। ਸਾਧ ਸੰਗਤ ਜੀ, ਉਹਨਾਂ ਦੀ ਯਾਦ ਵਿੱਚ ਮਾਛੀਵਾੜਾ ਵਿਖੇ ਗੁਰਦੁਆਰਾ ਨਬੀ ਖਾਂ ਗਨੀ ਖਾਂ ਸੁਸ਼ੋਭਿਤ ਹੈ। ਉਹਨਾਂ ਦੀ ਕਬਰ ਵੀ ਉਸੇ ਗੁਰਦੁਆਰੇ ਵਿੱਚ ਹੈ। ਸੰਗਤਾਂ ਗੁਰੂ ਜੀ ਦੇ ਹੁਕਮਾਂ ਅਨੁਸਾਰ ਇਸ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਹਨ। ਜਿਹੜਾ ਹੁਕਮਨਾਮਾ ਗੁਰੂ ਜੀ ਨੇ ਨਬੀ ਖਾਂ ਗਨੀ ਖਾਂ ਨੂੰ ਲਿਖ ਕੇ ਦਿੱਤਾ ਸੀ, ਉਹ ਮੌਜੂਦਾ ਸਮੇਂ ਪਾਕਿਸਤਾਨ ਵਿੱਚ ਹੈ। ਉਸ ਦੀ ਇੱਕ ਕਾਪੀ ਮਾਛੀਵਾੜਾ ਗੁਰਦੁਆਰਾ ਨਬੀ ਖਾਂ ਗਨੀ ਖਾਂ ਵਿਖੇ ਸੁਸ਼ੋਭਿਤ ਕੀਤੀ ਗਈ ਹੈ। ਸੰਗਤਾਂ ਉਸ ਕਾਪੀ ਦੇ ਦਰਸ਼ਨ ਕਰਦੀਆਂ ਹਨ। ਮੇਰੀ ਸੰਗਤ ਇਹਨਾਂ ਨੂੰ ਮੇਰੀ ਸੇਵਾ ਦਾ ਬਦਲਾ ਦੇਵੇ। ਫਿਰ ਉਹਨਾਂ ਨੂੰ ਪਟਾ ਦੇ ਕੇ ਵਿਦਾ ਕੀਤਾ। ਵੱਡਾ ਆਨੰਦ ਧਾਰ ਕੇ ਉਹਨਾਂ ਨੇ ਸਤਿਗੁਰੂ ਜੀ ਨੂੰ ਵੰਦਨਾ ਕੀਤੀ ਅਤੇ ਪਿੱਛੇ ਮੁੜ ਕੇ ਚਲੇ ਗਏ। ਸੋ ਸਾਧ ਸੰਗਤ ਜੀ, ਇੱਥੇ 6ਵੀਂ ਰੁੱਤ ਦਾ 47ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।